मैं बिल्कुल मैं कोशिश करांगी कि मैं उन्होंने घर जा सकां तो बिल्कुल मीडिया का मैं बिल्कुल ही बहुत ज़्यादा धन्नवादी हाँ कि वो मेरा साथ दे रहे हैं। तो मैं कुछ फोटो भी दिखाना चाहती हाँ। ये आप एप्लीकेशन उत्थे दी है SSP साहब नूं, उन्होंने सिग्नेचर होए तो उन्होंने मार्क करके भेजी आ। ये फोटो है मुंडे दी मेरे नाल, जेड़े ये माँ बाप कह रहे थे कि सानू प्रूफ दो, सानू कुछ नहीं पता, सानू प्रूफ दो। ये सारे प्रूफ आ ਜਿਹੜਾ ਉਹ ਮੇਰੇ ਨਾਲ ਰਹਿੰਦਾ ਰਿਹਾ ਉੱਥੇ। नहीं हूँ जब पुलिस ਤੁਹਾਡੀ सुनवाई नहीं करती ਤੁਸੀਂ ਕੀ ਕਰੋਗੇ? ਇਸ ਤੋਂ ਬਾਅਦ ਕੀ ਅਗਲਾ ਕਦਮ ਹੈ ਤੁਹਾਡਾ? ਮੇਰੇ ਕੋਲ ਤਾਂ ਹੁਣ ਕੁਝ ਬਚਿਆ ਹੀ ਨਹੀਂ ਹੈ ਰਹਿਣ ਲਈ, सारा कुछ खत्म हो चुका है। हुण मैनू नहीं पता मैं आगे की करने वाली है। NRI लड़की को प्यार के जाल में फंसाया, फिर शादी का झांसा दिया और फिर धोखा देकर लड़का फरार हो गया। लेकिन लड़की ने हार नहीं मानी और कनाडा से लड़की सीधा पहुंची अमृतसर। पहले लड़की ने लड़के के माता पिता से बात करने की कोशिश की, लेकिन पेरेंट्स ने कोई सबूत ना देने का हवाला देकर अपना पल्ला झाड़ लिया। जब अपने माता पिता के साथ मिलकर उस लड़की ने प्रेशर बनाया तो लड़के वालों ने इंटरकास्ट मैरिज करने से साफ इनकार कर दिया। आखिर में लड़की पहुंची गांव सुरोपदा और थाने पहुंचकर अपनी कंप्लेंट दर्ज करवा दी। लड़की ने अपना नाम कल्पना बताया। कल्पना ने जानकारी देते हुए कहा कि पिछले करीब 3 सालों से वो कनाडा रहती है और खुशबीर भी उसके साथ 3 सालों के साथ रह रहा था। कल्पना का कहना है कि खुशबीर ने उसे शादी का झांसा देकर उसके साथ रिश्ता बनाया और तो और कल्पना के बिजनेस में भी पार्टनरशिप की। कल्पना का कहना है कि 2023 तक वो एक साथ रहे। इस दौरान उसने अपने परिवार के साथ उसकी बात भी करवाई थी, लेकिन अचानक खुशबीर पंजाब आ गया और किसी और से शादी पक्की कर ली। कल्पना को जब इस बात का पता चला तो उसने खुशबीर के माता पिता से बात करनी चाहिए, लेकिन बात नहीं बनी। और जब कल्पना ने अपने परिवार के साथ मिलकर दबाव बनाया तो खुशबीर के पिता ने कह दिया कि वो दूसरी जाति में शादी करने के सख्त खिलाफ है। दूसरी ओर खुशबीर की शादी किसी और से पक्की हो चुकी थी। सत श्री अकाल जी, मेरा नाम कल्पना है तो मैं विनिपेग कैनेडा विच रहनी हाँ। उत्थे मैं 3 साल 8 महीने तो एक मुंडे दे नाल जो कि सुरोपड्डा पिंड दा ना उहदा खुशबीर सिंह पड्डा है ਤੇ ਸਨ ਆਫ ਪ੍ਰੇਮ ਸਿੰਘ ਪੱਡਾ, ਤੇ ਮੈਂ ਉਹਦੇ ਨਾਲ ਰਹਿੰਦੀ ਸੀਗੀ। ਮੈਨੂੰ ਕਹਿੰਦਾ ਸੀਗਾ ਕਿ ਤੇਰੇ ਨਾਲ ਮੈਰਿਜ ਕਰਨੀ ਹੈ, ਇਦਾਂ ਕਹਿ ਕੇ ਆਪਾਂ ਡੇਟ ਕਰਦੇ ਰਹੇ, ਇਕੱਠੇ ਇੱਕ ਦੂਜੇ ਦੇ ਘਰ ਆਣਾ ਜਾਣਾ ਰਿਹਾ, ਆਪਾਂ ਰਾਤ ਨੂੰ ਨਾਲ ਰਹਿੰਦੇ ਸੀਗੇ। ਤੇ ਥੋੜੇ ਟਾਈਮ ਬਾਅਦ 2023 ਵਿੱਚ ਆਪਾਂ ਮੂਵ ਹੋ ਗਏ ਇੱਕੋ ਘਰ 'ਚ ਤੇ ਲਿਵ ਇਨ ਵਿੱਚ ਰਹਿ ਰਹੇ ਸੀਗੇ। ਤੇ ਉਹ ਮੈਨੂੰ ਕਹਿੰਦਾ ਸੀਗਾ ਕਿ ਮੈਂ ਘਰੇ ਗੱਲ ਕਰਨੀ ਆ, ਹਜੇ ਮੈਂ PR ਨਹੀਂ ਹੋਇਆ, ਮੇਰੀ PNP ਨਹੀਂ ਆਈ, ਮੈਂ PR ਨਹੀਂ ਹੋਇਆ। ਤੇ ਇਸ ਕਰਕੇ ਉਹ ਕਹਿੰਦਾ ਜਦੋਂ ਮੈਂ ਵੈਲ ਸੈਟਲਡ ਹੋ ਜਾਊਂਗਾ ਮੈਂ ਘਰੇ ਗੱਲ ਕਰੂੰਗਾ। ਤੇ ਜਦੋਂ ਉਹ ਸੈਟਲ ਡਾਊਨ ਹੋ ਗਿਆ ਉਹ ਕਹਿੰਦਾ ਮੈਂ ਪਿੰਡ ਜਾਣਾ, ਫਿਰ ਮੈਂ ਜਾ ਕੇ ਗੱਲ ਕਰੂੰਗਾ। ਇੱਥੇ ਆਇਆ 3 ਮਹੀਨੇ ਰਹਿ ਕੇ ਗਿਆ, ਕਹਿੰਦਾ ਮੈਂ ਘਰੇ ਗੱਲ ਕਰੂੰਗਾ। ਜਦੋਂ ਗੱਲ ਕਰਨ ਲਈ ਗੱਲ ਆਈ ਮੈਂ ਪੁੱਛਿਆ ਦੁਬਾਰਾ ਕੀ ਗੱਲ ਕੀਤੀ, ਕਹਿੰਦਾ ਮੈਂ ਆਪਣੀ ਸਿਸਟਰ ਨੂੰ ਸਾਰਾ ਕੁਝ ਦੱਸਤਾ ਹੈ ਤੇ ਮੇਰੀ ਸਿਸਟਰ ਮੇਰੇ ਮਾਪਿਓ ਦੇ ਨਾਲ ਗੱਲ ਕਰੂਗੀ। ਤੇ ਫਿਰ ਜਦੋਂ ਮੈਂ ਪੁੱਛਿਆ ਦੁਬਾਰਾ ਕਿ ਸਿਸਟਰ ਨੇ ਗੱਲ ਕਰ ਲਈ, ਉਸ ਟਾਈਮ ਇਹਨੇ ਮੇਰੇ WhatsApp ਤੇ ਮੈਨੂੰ ਮੰਗਾਇਆ ਕਿ ਤੇਰੀ ਹਾਈਟ ਕਿੰਨੀ ਹੈ, ਤੂੰ ਸਟੱਡੀ ਬਾਰੇ ਮੈਨੂੰ ਸਾਰਾ ਕੁਝ ਲਿਖ ਕੇ ਭੇਜ ਦੇ ਤਾਂ ਕਿ ਮੈਂ ਦੱਸ ਸਕੂੰਗਾ ਉਹਨਾਂ ਨੂੰ, ਆਪਣੇ ਘਰਦਿਆਂ ਨੂੰ। ਤੇ ਮੈਂ ਲਿਖ ਕੇ ਭੇਜਤਾ। ਜਦੋਂ ਮੈਂ ਫਿਰ ਪੁੱਛਿਆ ਕਿ ਤੂੰ ਦੱਸਤਾ ਘਰੇ, ਤੇ ਕਹਿੰਦਾ ਕਿ ਨਾ ਸਿਸਟਰ ਨੇ ਗੱਲ ਕੀਤੀ ਹੈ ਪਰ ਡੈਡੀ ਕਿਸੇ ਗੱਲ ਤੇ ਨਹੀਂ ਆ ਰਹੇ। ਬਟ ਮੈਂ ਕਿਹਾ ਫਿਰ ਸਿਸਟਰ ਦਾ ਕੀ ਰਿਐਕਸ਼ਨ ਸੀਗਾ, ਤੇ ਸਿਸਟਰ ਕਹਿੰਦੀ ਹੈ ਕਿ ਉਹਨਾਂ ਨੂੰ ਤਾਂ ਜਦੋਂ ਨਾਲ ਰਹਿ ਰਹੇ ਇੰਨੇ 3 ਸਾਲਾਂ ਤੋਂ ਤਾਂ ਕੋਈ ਗੱਲ ਨਹੀਂ, ਮੈਰਿਜ ਕਰ ਦਿੰਦੇ ਆ। ਤੇ ਫਿਰ ਕਹਿੰਦਾ ਕਿ ਨਾ ਚੱਲ ਕੋਈ ਨਾ, ਮੈਂ ਆ ਹੀ ਜਾਣਾ, ਮੈਂ ਕਿਤੇ ਨਹੀਂ ਜਾ ਰਿਹਾ, ਮੈਂ ਤਾਂ ਤੇਰੇ ਨਾਲ ਹੀ ਹਾਂ। ਚਲੋ ਜੀ, ਫਿਰ ਇਹ ਵਾਪਸ ਆ ਗਿਆ ਤੇ ਘਰੇ ਕੋਈ ਵੀ ਗੱਲ ਕਲੀਅਰ ਨਹੀਂ ਹੋਈ ਸਾਡੇ ਬਾਰੇ। ਉਸ ਤੋਂ ਬਾਅਦ ਫਿਰ ਇਹਦਾ ਇੱਕ ਬਿਜ਼ਨਸ, ਆਪਾਂ ਜਦੋਂ ਨਾਲ ਹੀ ਰਹਿ ਰਹੇ ਸੀਗੇ, ਮੇਰੇ ਕੋਲ ਆ ਗਿਆ। ਤੇ ਉਸ ਤੋਂ ਬਾਅਦ ਇਹਦਾ ਬਿਜ਼ਨਸ ਸੀਗਾ ਇਹਦੇ ਫਰੈਂਡਸ ਦੇ ਨਾਲ। ਇਹਦਾ ਬਿਜ਼ਨਸ ਉਹਨਾਂ ਨੇ ਇਹਨੂੰ ਡਿਚ ਕਰਤਾ ਜਾਂ ਜੋ ਕੁਝ ਵੀ ਲੜਾਈ ਝਗੜਾ ਹੋ ਗਿਆ ਤੇ ਬਿਜ਼ਨਸ ਇਹਦਾ ਉਹਨਾਂ ਤੋਂ ਵੱਖਰਾ ਹੋ ਗਿਆ। ਉਹਨਾਂ ਨੇ ਇਹਨੂੰ ਕੱਢਤਾ। ਕੱਢਣ ਤੋਂ ਬਾਅਦ ਇਹ ਕਹਿੰਦਾ ਕਿ ਮੈਂ ਇੱਥੇ ਵਿਨੀਪੈਗ 'ਚ ਰਹਿਣਾ ਨਹੀਂ ਹੈ। ਬਟ ਸਾਡੇ 2 ਬਿਜ਼ਨਸ ਸੀਗੇ, ਇੱਕ ਤਾਂ ਇਹਦਾ ਫਰੈਂਡਸ ਦੇ ਨਾਲ ਸੀਗਾ, ਦੂਜਾ ਇਹਦਾ ਤੇ ਮੇਰਾ ਬਿਜ਼ਨਸ ਸੀਗਾ ਆਰਗੈਨਿਕ ਫਲਾਵਰ ਮਿਲ ਦਾ। ਤੇ ਇਹ ਕਹਿੰਦਾ ਕਿ ਮੈਂ ਇੱਥੇ ਰਹਿਣਾ ਨਹੀਂ ਹੈ ਕਿਉਂਕਿ ਮੈਂ ਜਦੋਂ ਇਹ ਬਿਜ਼ਨਸ ਕਰੂੰਗਾ ਵੁੱਡ ਦਾ ਤੇ ਫਿਰ ਮੈਨੂੰ ਇੱਥੇ ਇਹਨਾਂ ਦੇ ਮੱਥੇ ਲੱਗਣਾ ਪਏਗਾ ਦੁਬਾਰਾ। ਤੇ ਕਹਿੰਦਾ ਕਿ ਮੈਂ ਆਪਣੀ ਸਿਸਟਰ ਦੇ ਕੋਲ ontario ਸ਼ਿਫਟ ਹੋ ਜਾਊਂਗਾ। 2-3 ਵਾਰ ਇਸੇ ਤਰ੍ਹਾਂ ਹੀ ਆਉਂਦਾ ਜਾਂਦਾ ਰਿਹਾ। ਤੇ ਜਦੋਂ ਸਾਨੂੰ ਲੋੜ ਪੈਂਦੀ ਸੀਗੀ ਇੱਥੇ ਬਿਜ਼ਨਸ ਲਈ, ਕਿਉਂਕਿ ਸਾਡਾ ਪਾਰਟ ਟਾਈਮ ਸੀਗਾ, ਇਹ ਆਉਂਦਾ ਸੀਗਾ ਫਲਾਈਟ ਕਰਕੇ ਤੇ ਇੱਥੇ ਕੰਮ ਕਰਕੇ ਵਾਪਸ ਉੱਥੇ ਹੀ ਚਲਾ ਜਾਂਦਾ ਸੀਗਾ। ਤੇ 2-3 ਮਹੀਨੇ ਅਕਤੂਬਰ ਤੋਂ ਬਾਅਦ ਇਹਦਾ ਚੱਲਦਾ ਰਿਹਾ ਇਸੇ ਤਰ੍ਹਾਂ ਹੀ, ਤੇ ਦਸੰਬਰ ਤੱਕ ਇੱਦਾਂ ਹੀ ਚੱਲਦਾ ਰਿਹਾ। ਫਿਰ ਉਸ ਤੋਂ ਬਾਅਦ ਦਸੰਬਰ ਵਿੱਚ ਕਹਿੰਦਾ ਕਿ ਜੇ ਮੈਂ ਉੱਥੇ ਇਸ ਤਰ੍ਹਾਂ 5-10-15 ਦਿਨ ਲਈ ਜਾਊਂਗਾ ਤੇ ਬਿਜ਼ਨਸ ਸੈਟਲ ਨਹੀਂ ਕਰ ਪਾਊਂਗਾ ਤੇ ਮੈਨੂੰ ਉੱਥੇ ਪਰਮਾਨੈਂਟ ਮੂਵ ਹੋਣਾ ਪੈਣਾ। ਤੇ ਮੈਂ ਕਿਹਾ ਵੀ ਖੁਸ਼ੂ ਇਸ ਤਰ੍ਹਾਂ ਤਾਂ ਨਹੀਂ ਕਰ ਸਕਦੇ ਆ, ਕਿਉਂਕਿ ਜੇ ਤੁਸੀਂ ਉੱਥੇ ਪਰਮਾਨੈਂਟ ਸ਼ਿਫਟ ਹੋ ਗਏ ਮੈਂ ਤਾਂ ਇੱਥੇ ਇਕੱਲੀ ਨਹੀਂ ਰਹਿ ਪਾਉਂਗੀ। ਤੇ ਕਹਿੰਦਾ ਕਿ ਮਹੀਨੇ 2 ਮਹੀਨੇ 'ਚ ਮੈਂ ਤੈਨੂੰ ਇੱਥੇ ਬੁਲਾ ਲੂੰਗਾ ਜਦੋਂ ਸੈਟਲ ਡਾਊਨ ਹੋ ਜਾਏਗਾ। ਤੇ ਜਨਵਰੀ 7 ਦੀ ਸਾਡੇ ਆਪਣੇ ਬਿਜ਼ਨਸ ਦੀ ਡਿਲੀਵਰੀ ਸੀਗੀ, ਉਹ ਕਰਕੇ ਇਹ 8 ਤਰੀਕ ਨੂੰ ਇਹਨੂੰ ਮੈਂ ਫਲਾਈਟ
ਲੈ ਕੇ ਇਹ ਓਨਟਾਰੀਓ ਚਲਾ ਗਿਆ। ਜਦੋਂ ਇਹ ਓਨਟਾਰੀਓ ਚਲਾ ਗਿਆ, ਉੱਥੇ ਜਾ ਕੇ ਇਹਨੇ ਮੈਨੂੰ 15 ਤਰੀਕ ਨੂੰ ਮੈਨੂੰ ਕਹਿੰਦਾ ਕਿ ਘਰ ਦੇ ਮੰਨ ਨਹੀਂ ਰਹੇ ਆ ਤੇ ਜਾਂ ਤਾਂ ਸਾਨੂੰ ਅੱਡ ਅੱਡ ਵਿਆਹ ਕਰਨਾ ਪੈਣਾ ਜਾਂ ਫਿਰ ਮੈਨੂੰ 2 ਵਿਆਹ ਕਰਨੇ ਪੈਣੇ। ਤੇ ਮੈਂ ਕਿਹਾ ਵੀ ਇਸ ਤਰ੍ਹਾਂ ਤਾਂ ਨਹੀਂ ਆ, ਸਾਨੂੰ ਰਹਿੰਦੇ ਹੋਏ ਲਗਭਗ 4 ਸਾਲ ਹੋ ਗਏ, ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੁਣ ਹੋ ਸਕਦੀ ਹੈ। ਮੈਂ ਬੈਕ ਸਟੈਪ ਕਿੱਦਾਂ ਹੋ ਜਾਏ, ਮੈਂ ਤਾਂ ਇੰਨੇ ਸਾਲ ਤੋਂ ਤੇਰੇ ਨਾਲ ਹੀ ਆ ਤੇ ਆਪਾਂ ਹਸਬੈਂਡ ਵਾਈਫ ਦੀ ਤਰ੍ਹਾਂ ਹੀ ਰਹਿ ਰਹੇ ਹਾਂ। ਤੇ ਕਹਿੰਦਾ ਕਿ ਨਾ ਚਲੋ ਮੈਂ ਜੇ ਕਰਨੀ ਹੈ ਵਿਆਹ ਕਰਨਾ ਹੈ। ਮੈਂ ਕਿਹਾ ਹਾਂ ਕਰਨਾ ਹੈ। ਤੇ ਕਹਿੰਦਾ ਫਿਰ ਪਿੰਡ ਚਲ ਕੇ ਗੱਲ ਕਰਦੇ ਆ, ਪਿਓ ਦੀ ਤਬੀਅਤ ਠੀਕ ਨਹੀਂ ਹੈ ਤੇ ਆਪਾਂ ਗੱਲ ਕਰਕੇ ਆਉਂਦੇ ਆ। ਮੈਂ ਕਿਹਾ ਫਿਰ ਨਾਲ ਹੀ ਚੱਲਦੇ ਆ। ਤੇ ਫਿਰ ਉਸ ਤੋਂ ਬਾਅਦ ਇਹਨੇ ਮੈਨੂੰ ਕਿਹਾ ਵੀ ਟਿਕਟਾਂ ਬੁੱਕ ਕਰਦੇ ਆ। ਤੇ ਇਹਨੂੰ ਮੈਂ ਇਹ ਕਹਿੰਦਾ ਕਿ ਨਾ ਟਿਕਟ ਬੁੱਕ ਕਰਨਗੇ ਤੇ 2 ਦਿਨ ਵਿੱਚ ਟਿਕਟ ਬੁੱਕ ਕਰਨੀ ਹੈ। ਮੈਂ ਤਾਂ ਨਾ ਆਪਣੇ ਪਿਓ ਦੀ ਤਬੀਅਤ ਦੇਖੀ ਨਹੀਂ ਜਾਂਦੀ ਆ। ਤੇ ਫਿਰ ਟਿਕਟ ਬੁੱਕ ਕਰਨ ਲਈ ਗੱਲ ਹੋਈ, ਕਹਿੰਦਾ ਅੱਜ ਜਾਂ ਕੱਲ੍ਹ ਵਿੱਚ ਹੀ ਬੁੱਕ ਕਰਨੀ ਹੈ। ਮੈਂ ਕਿਹਾ ਠੀਕ ਹੈ। ਤੇ ਮੈਂ ਸ਼ਾਮ ਨੂੰ ਪੁੱਛਿਆ, ਮੈਂ ਕਿ ਤੂੰ ਟਿਕਟ ਬੁੱਕ ਕਰ ਲਈ? ਕਹਿੰਦਾ ਹਾਂ ਟਿਕਟ ਬੁੱਕ ਕਰ ਲਈ। ਮੈਂ ਕਿਹਾ ਤੁਸੀਂ ਮੇਰਾ ਪਾਸਪੋਰਟ ਨਹੀਂ ਲਿੱਤਾ? ਤੇ ਕਹਿੰਦਾ ਕਿ ਨਾ ਮੈਂ ਆਪਣੀ ਤਾਂ ਕਰ ਲਈ ਹੈ ਟਿਕਟ ਬੁੱਕ। ਮੈਂ ਕਿਹਾ ਮੈਂ ਨਾਲ ਜਾਣਾ ਸੀਗਾ, ਤੂੰ ਇਕੱਲੇ ਕਿਉਂ ਕਰ ਲਈ? ਕਹਿੰਦਾ ਮੈਨੂੰ ਨਹੀਂ ਪਤਾ। ਤੇ ਇਹ ਇੱਥੇ ਆ ਗਿਆ। ਫਿਰ ਇਹਦੇ ਵਿੱਚ ਜਦੋਂ ਇਹ ਫਲਾਈਟ 'ਚ ਸੀਗਾ, ਮੈਂ ਸਾਰਾ ਕੁਝ ਆਪਣੇ ਘਰੇ ਦੱਸਿਆ। ਮੇਰੇ ਘਰ ਵਾਲੇ ਇਹਦੇ ਘਰੇ ਆਏ ਤੇ ਘਰੇ ਕੋਈ ਨਹੀਂ ਲੱਭਿਆ। ਤੇ ਪੜੋਸੀਆਂ ਨੇ ਦੱਸਿਆ, ਜਦੋਂ ਉਹਨਾਂ ਦੇ ਨੰਬਰ ਲੈ ਕੇ ਇਹਦੇ ਫਾਦਰ ਸਾਹਿਬ ਨਾਲ ਗੱਲ ਕੀ ਤੇ ਪਤਾ ਚੱਲਿਆ ਕਿ ਇਹਦਾ ਵਿਆਹ ਹੈ ਇੱਥੇ, ਇਸ ਕਰਕੇ ਇਹ ਆ ਰਿਹਾ ਇੱਥੇ। ਤੇ ਜਦੋਂ ਸਾਨੂੰ ਇਹ ਪਤਾ ਚੱਲਿਆ, ਇਹਨਾਂ ਨੇ ਮੈਨੂੰ ਦੱਸਿਆ। ਇਹਨਾਂ ਨੇ ਇਹਦੇ ਫਾਦਰ ਦੇ ਨਾਲ ਵੀ ਗੱਲ ਕੀਤੀ ਮੇਰੇ ਘਰਦਿਆਂ ਨੇ, ਤੇ ਉਹ ਬਿਆਸ ਬੱਸ ਸਟੈਂਡ ਤੇ ਮਿਲੇ। ਉਹਨਾਂ ਨੇ ਘਰ ਨਹੀਂ ਬੁਲਾਇਆ ਤੇ ਉੱਥੇ ਮਿਲ ਕੇ ਕਹਿੰਦੇ ਕਿ ਸਾਡੇ ਮੁੰਡੇ ਨੇ ਤਾਂ ਸਾਨੂੰ ਕੁਝ ਦੱਸਿਆ ਹੀ ਨਹੀਂ ਆ, ਤੁਸੀਂ ਪ੍ਰੂਫ ਦਿਖਾਓ ਕਿ ਤੁਹਾਡੀ ਕੁੜੀ ਇਹਦੇ ਨਾਲ ਸੀਗੀ। ਉਹਨਾਂ ਨੂੰ ਪ੍ਰੂਫ ਦਿਖਾਇਆ, ਫਿਰ ਕਹਿੰਦੇ ਅਸੀਂ ਤਾਂ ਕਰ ਹੀ ਨਹੀਂ ਸਕਦੇ ਆ। ਤੇ ਇਹ ਮੈਨੂੰ ਕਹਿੰਦਾ ਰਹਿੰਦਾ ਸੀਗਾ ਕਿ ਇੰਟਰ ਰਿਲੀਜਨ ਮੈਰਿਜ ਹੈ ਤੇ ਮੈਨੂੰ ਆਪਣੇ ਪੇਰੈਂਟਸ ਨੂੰ ਮਨਾਉਣ ਲਈ ਟਾਈਮ ਚਾਹੀਦਾ, ਬਟ ਕੋਈ ਗੱਲ ਨਹੀਂ, ਆਪਾਂ ਨਾਲ ਹੀ ਆ। ਜੇ ਮੈਰਿਜ ਨਹੀਂ ਹੁੰਦੀ ਹੈ, ਮੈਰਿਜ ਤਾਂ ਹੀ ਕਰਨਗੇ ਜਦੋਂ ਉਹ ਮੰਨ ਜਾਣਗੇ। ਤੇ ਮੈਂ ਵੀ ਇਹੀ ਕਿਹਾ ਕੋਈ ਗੱਲ ਨਹੀਂ, ਪੇਰੈਂਟਸ ਦੀ ਮਰਜ਼ੀ ਦੇ ਨਾਲ ਹੀ ਮੈਰਿਜ ਕਰਨਗੇ ਜਦੋਂ ਵੀ ਕਰਨਗੇ। ਤੇ ਇੱਥੇ ਆ ਕੇ ਜਦੋਂ ਇਹਨੂੰ ਪਤਾ ਚੱਲਿਆ ਕਿ ਮੇਰੇ ਪੇਰੈਂਟਸ ਇਹਦੇ ਪੇਰੈਂਟਸ ਨਾਲ ਮਿਲੇ ਆ ਇੱਥੇ, ਫਿਰ ਮੈਨੂੰ ਕਹਿੰਦਾ ਤੂੰ ਇਹ ਗਲਤੀ ਕਰਤੀ, ਹੁਣ ਤਾਂ ਮੈਂ ਤੇਰੇ ਨਾਲ ਬਿਲਕੁਲ ਮੈਰਿਜ ਨਹੀਂ ਕਰਦਾ। ਤੇ ਇਹਨੇ ਮੈਨੂੰ ਫਲਾਈਟ 'ਚ ਬਲੌਕ ਕਰਤਾ। ਫਿਰ ਬਲੌਕ ਕਰਨ ਤੋਂ ਬਾਅਦ ਇੱਥੇ ਆ ਕੇ ਔਰ ਫਿਰ ਜਦੋਂ ਵੀ ਪਤਾ ਕੀਤਾ, ਫਿਰ ਇਹੀ ਪਤਾ ਚੱਲਿਆ ਕਿ ਵੀ ਇਹ ਇੱਥੇ ਮੈਰਿਜ ਕਰਨ ਲਈ ਆਇਆ। ਤੇ ਹੁਣ ਮੈਨੂੰ ਜਿਹੜੀ ਡੇਟ ਪਤਾ ਚੱਲੀ ਹੈ ਉਹ 25 ਤਰੀਕ ਦੀ ਪਤਾ ਚੱਲੀ ਹੈ। ਤੇ ਹੁਣ ਇਹ ਇੱਥੇ ਵਿਆਹ ਕਰਨ ਲਈ ਆਇਆ। जब कहीं बात नहीं बनी तो कल्पना ने इसकी शिकायत थाना मेहता में करवाई। बहरहाल कल्पना दावा कर रही है कि खुशबीर की मदद स्थानीय पुलिस कर रही है और उसे विदेश भगाने तक में लगी हुई है, जिसके चलते इस संबंध में आज दोबारा एसएसपी अमृतसर देहाती को कंप्लेंट दर्ज करवाई गई है। उन्होंने लड़की को उचित न्याय दिलवाने का आश्वासन दिया है। कल्पना मसीह डॉक्टर एमोल मसीह वासी गांधी कलोनी अंबाला तो कि मैं सिटीजन आ कनेडा ਦੀ ਤੇ ਮੇਰੇ ਨਾਲ 2021 ਦੇ ਵਿੱਚ ਖੁਸ਼ਬੀਰ ਸਿੰਘ ਪੱਡਾ ਵਾਸੀ ਪ੍ਰੇਮ ਸਿੰਘ ਵਾਸੀ ਸੂਰੋ ਪੱਡਾ ਪੀਐਸ ਮਹਿਤਾ ਦਾ ਜਿਹੜਾ ਕਿ ਨਾਂ ਦਾ ਲੜਕਾ ਮੇਰੇ ਨਾਲ ਰਹਿੰਦਾ ਸੀ, ਜਿਹੜਾ ਮੇਰੇ ਨਾਲ ਉੱਥੇ ਲਿਵਿੰਗ ਰਿਲੇਸ਼ਨ ਦੇ ਵਿੱਚ ਸੀ। ਤੇ ਹੁਣ ਉਹ ਇੰਡੀਆ ਆਣ ਕੇ ਵਿਆਹ ਕਰਵਾ ਰਿਹਾ ਤੇ ਜਿਹੜਾ ਕਿ ਮੈਨੂੰ ਬਿਨਾਂ ਦੱਸੇ ਪੁੱਛੇ ਵਿਆਹ ਕਰਵਾ ਰਿਹਾ। ਇਸ ਬਾਰੇ ਤੁਹਾਡੇ ਕੋਲ ਜਿਹੜੀ ਕਾਰਵਾਈ ਕਰ ਰਹੇ ਹੋ ਤੁਸੀਂ? ਹੁਣ ਦੋਵਾਂ ਧਿਰਾਂ ਨੂੰ ਬੁਲਾਇਆ ਜਾਊਗਾ ਜੀ, ਦੋਵਾਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ, ਜੋ ਉਸ ਮੁਤਾਬਕ ਕਾਨੂੰਨ ਦਾ ਕਾਰਵਾਈ ਬਣਦੀ ਉਹ ਕੀਤੀ ਜਾਊਗੀ। ਇਹ ਪਰਿਵਾਰਕ ਦਾ ਕਹਿਣਾ ਹੈਗਾ ਕਿ ਅਸੀਂ ਕੱਲ੍ਹ ਵੀ ਆਏ ਸੀ, ਉਹ ਕੱਲ੍ਹ ਵੀ ਨਹੀਂ ਆਏ। ਹੁਣ ਸਵੇਰ ਤੋਂ ਲੈ ਕੇ ਹੁਣ ਸਾਨੂੰ 3 ਵਜੇ ਬੁਲਾਇਆ ਗਿਆ ਹੈਗਾ, ਪਰ ਅਜੇ ਤੱਕ ਉਹ ਜਿਹੜੇ ਪੁਲਿਸ ਨੇ ਫਿਰ ਮੈਸੇਜ ਲਗਾਇਆ ਹੈਗਾ ਪਰ ਉਹ ਆ ਨਹੀਂ ਰਹੇ। ਕੀ ਕਾਰਨ ਕਹਿ ਸਕਦੇ? ਉਹਨਾਂ ਨੂੰ ਸਵੇਰੇ ਵੀ ਪਰਵਾਨਾ ਜਾਰੀ ਕੀਤਾ ਗਿਆ ਸੀ, ਲੇਕਿਨ ਉਹ ਆਏ ਨਹੀਂ ਗਏ। ਪਰਵਾਨਾ ਦੋਹਰਾ ਜਾਰੀ ਕੀਤਾ ਗਿਆ, ਜਦੋਂ ਵੀ ਆਉਂਦੇ ਆ ਕੱਲ੍ਹ ਦਾ ਟਾਈਮ ਫਿਰ ਦਿੱਤਾ ਗਿਆ ਤੇ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ। ਕਿ ਉਹ ਸ਼ੱਕ ਹੈ ਕਿ ਉਹ ਵਿਆਹ ਕਰਵਾ ਰਿਹਾ ਔਰ ਇਸ ਕਰਕੇ ਇੱਧਰ ਉੱਧਰ ਹੋ ਰਿਹਾ, ਟਾਈਮ ਲੈ ਰਿਹਾ। ਇਸ ਬਾਰੇ ਸਾਡੇ ਕੋਲ ਅਜੇ ਕੋਈ ਪੁਖਤਾ ਜਾਣਕਾਰੀ ਨਹੀਂ ਕਿ ਉਹ ਵਿਆਹ ਕਰਵਾ ਰਿਹਾ ਜਾਂ ਨਹੀਂ। ਜੋ ਵੀ ਤੱਥ ਸਾਹਮਣੇ ਆਉਣਗੇ ਉਹ ਕੰਸੀਡਰ ਕੀਤੇ ਜਾਣ। ਨਹੀਂ, ਜਿਵੇਂ ਲੜਕੀ ਦੇ ਨਾਲ ਉੱਤੇ ਰਹਿ ਰਿਹਾ ਸੀ ਤੇ ਹੁਣ ਇੱਥੇ ਜੋ ਵਿਆਹ ਕਰਾ ਲਿਆ, ਚੀਜ਼ ਪੱਕੇ ਪ੍ਰੂਫ ਮਿਲ ਜਾਂਦੇ ਨੇ, ਫਿਰ ਪੁਲਿਸ ਕਾਰਵਾਈ ਕਰੇਗੀ ਉਹਦੇ ਖਿਲਾਫ। ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੋਊਗੀ, ਡੀਏ ਲੀਗਲੀ ਰਾਇ ਲੈ ਕੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ। बहरहाल लड़की इंसाफ की मांग के लिए इधर उधर भटक रही है और खुशबीर उससे कोई संपर्क नहीं रखना चाहता। अब देखना होगा लड़की को इंसाफ कब मिलता है।